ਕਿਸਾਨਾਂ ਤੇ ਤੇਲ ਦੀ ਮਾਰ ਲਗਾਤਾਰ ਵਧ ਰਹੀਆਂ ਇਹ ਕੀਮਤਾਂ ਕਿਸਾਨਾਂ ਦੇ ਵੀ ਗਲੇ ਦੀ ਹੱਡੀ ਬਣ ਗਈਆਂ। ਦੇਸ਼ ਦੇ ਅੰਨਦਾਤੇ ਦੀ ਗੱਲ ਕਰ ਲਈਏ ਤਾਂ ਕਿੰਨਾ ਚੀਜ਼ਾਂ ਦਾ ਸ਼ਿਕਾਰ ਹੁੰਦਾ ਹੈ। ਸਭ ਤੋਂ ਪਹਿਲਾਂ ਸਰਕਾਰਾਂ ਦੀ ਅਣਦੇਖੀ, ਉਸ ਤੋਂ ਬਾਅਦ ਕਰੋਨਾ ਕਾਲ, ਫਿਰ ਮਜ਼ਦੂਰਾਂ ਦੀ ਕਮੀ, ਲੋਕਡਾਊਨ ਤੇ ਹੁਣ ਜਦੋਂ ਕਿਸਾਨ ਥੋੜਾ ਸੰਭਲਣ ਲੱਗਿਆ ਤਾਂ ਡੀਜ਼ਲ ਤੇ ਪੈਟਰੋਲ ਨੇ ਉਸ ਦੇ ਸਿਰ ਤੇ ਇੱਕ ਵਾਰ ਫੇਰ ਜੋ ਹੈ ਇਹ ਪੰਡ ਰੱਖ ਦਿੱਤੀ ਹੈ। ਇਹ ਕਿਸਾਨ ਦੇ ਨਾਲ ਜੋ ਲਫ਼ਜ਼ ਵਾਰ-ਵਾਰ ਜਿਸ ਦਾ ਜ਼ਿਕਰ ਆਉਂਦਾ ਹੈ ਖੁਦਕੁਸ਼ੀ, ਉਹ ਇਸ ਕਦਰ ਜੁੜ ਚੁੱਕਿਆ ਹੈ। ਜਦੋਂ ਕਿਸਾਨਾਂ ਦੇ ਨਾਲ ਜ਼ੀ ਮੀਡੀਆ ਦੀ ਟੀਮ ਵੱਲੋਂ ਵੀ ਗੱਲਬਾਤ ਕੀਤੀ ਗਈ ਤਾਂ ਕਈ ਕਿਸਾਨਾਂ ਵੱਲੋਂ ਇਸ ਦਾ ਜ਼ਿਕਰ ਵੀ ਕੀਤਾ ਗਿਆ, ਪਰ ਇਹ ਯਕੀਨਨ ਸਾਡੇ ਸਰਕਾਰ ਤੇ ਸਾਡੇ ਪ੍ਰਸ਼ਾਸਨ ਦੇ ਲਈ ਸ਼ਰਮਸਾਰ ਹੋ ਜਾਣ ਵਾਲੀ ਗੱਲ ਹੈ ਕਿ ਇੱਕ ਖੇਤੀ ਪ੍ਰਧਾਨ ਸੂਬਾ ਹੋਵੇ ਤੇ ਉਸ ਦਾ ਕਿਸਾਨ ਇੰਨੀ ਮਦਹਾਲੀ ਦੇ ਦੌਰ ਤੋਂ ਗੁਜ਼ਰ ਰਿਹਾ ਹੋਵੇ। ਪੰਜਾਬ ਦੇ ਕਿਸਾਨ ਦੀ ਗੱਲ ਕਰ ਲਈਏ ਤਾਂ ਤੇਲ ਦੀਆਂ ਵੱਧ ਰਹੀਆਂ ਨਾ ਕੀਮਤਾਂ ਨੂੰ ਲੈ ਕੇ ਉਹ ਬੇहद ਪਰੇਸ਼ਾਨ ਹੈ। ਉਹਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਦੇ ਵਿੱਚ ਹੁਣ ਲਾਗਤ ਵੱਧ ਆ ਰਹੀ ਹੈ, ਫਸਲ ਦੀ ਕੀਮਤ ਕਾਫੀ ਘੱਟ ਹੈ ਤੇ ਇਹ ਫਸਲ ਉਹਨਾਂ ਦੇ ਕਿਸੇ ਕੰਮ ਵੀ ਨਹੀਂ ਆਉਣੀ। ਉਹ ਇਸ ਨੂੰ ਵੇਚਣਗੇ ਕਿਦਾਂ, ਜੋ ਇਸ ਵੇਲੇ ਆਰਡੀਨੈਂਸ ਨੂੰ ਲੈ ਕੇ ਵੀ ਸਿਆਸਤ ਸਰਗਰਮ ਹੈ, ਉਸ ਤੇ ਵੀ ਕਿਸਾਨ ਕਾਫੀ ਬੇਬਸ ਜਾਪ ਰਿਹਾ ਹੈ। पेट्रोल डीजल ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ। ਇਸ ਦਾ ਸਿੱਧਾ ਅਸਰ ਕਿਸਾਨਾਂ ਤੇ ਪੈ ਰਿਹਾ ਹੈ ਕਿਉਂਕਿ ਝੋਨਾ ਲਾਇਆ ਜਾ ਰਿਹਾ ਹੈ ਤੇ ਇਸ ਦੇ ਲਈ ਡੀਜ਼ਲ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਲਗਭਗ 1 ਸਾਲ ਦੇ ਵਿੱਚ 120 ਕਰੋੜ ਲੀਟਰ ਜਿਹੜਾ ਹੈ ਪੈਟਰੋਲ ਵਿਕਦਾ ਹੈ ਤੇ 400 ਕਰੋੜ ਲੀਟਰ ਜਿਹੜਾ ਹੈ ਉਹ ਡੀਜ਼ਲ ਵਿਕਦਾ ਹੈ। ਤੇ ਨਾਲ ਹੀ ਕਿਸਾਨਾਂ ਤੋਂ ਇਹ ਵੀ ਜਾਣ ਲੈਂਦੇ ਆ ਕਿ ਜਿਹੜਾ ਵਧਿਆ ਹੋਇਆ ਰੇਟ ਹੈ ਉਹ ਕਿੰਨਾ ਜ਼ਿਆਦਾ ਇਹਨਾਂ ਦੇ ਖਰਚੇ ਵਧਾ ਰਿਹਾ ਹੈ। ਕਿਉਂਕਿ ਜੇ ਅਸੀਂ ਜ਼ਿਆਦਾ ਦੂਰ ਨਾ ਜਾਈਏ, ਪਿਛਲੇ 15 ਦਿਨ ਦੇ ਰੇਟਸ ਦੀ ਗੱਲ ਕਰ ਲਈਏ ਤਾਂ 10 ਜੂਨ ਨੂੰ ਜਿੰਨਾ ਰੇਟ ਜਿਹੜਾ ਹੈ ਪੈਟਰੋਲ ਦਾ ਸੀ, ਯਾਨੀ ਕਿ 74 ਰੁਪਏ ਪਰ ਲੀਟਰ ਪੈਟਰੋਲ ਦਾ ਰੇਟ ਸੀ, ਉਹ ਅੱਜ ਡੀਜ਼ਲ ਦਾ ਹੋ ਗਿਆ ਹੈ। ਯਾਨੀ ਕਿ ਅੱਜ ਡੀਜ਼ਲ ਜਿਹੜਾ ਹੈ ਉਹ 74 ਰੁਪਏ ਪਰ ਲੀਟਰ ਵਿਕ ਰਿਹਾ ਹੈ। ਨਾਲ ਹੀ ਕਿਸਾਨਾਂ ਤੋਂ ਪੁੱਛ ਲੈਂਦੇ ਆ ਕਿ ਪਹਿਲਾਂ ਜਦੋਂ ਝੋਨਾ ਲਾਣਾ ਹੁੰਦਾ ਸੀ ਉਦੋਂ ਕਿੰਨਾ ਖਰਚਾ ਆਉਂਦਾ ਸੀ ਤੇ ਹੁਣ ਕਿੰਨਾ ਖਰਚਾ ਆਉਂਦਾ ਹੈ। ਸਾਡੇ ਨਾਲ ਪ੍ਰਧਾਨ ਸ਼ਮਸ਼ੇਰ ਸਿੰਘ ਜੀ ਨੇ, ਉਹਨਾਂ ਤੋਂ ਜਾਣ ਲੈਂਦੇ ਆ। ਸ਼ਮਸ਼ੇਰ ਜੀ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ, ਕੇਂਦਰ ਐਕਸਾਈਜ਼ ਡਿਊਟੀ ਟੈਕਸਸ ਵਧਾ ਰਿਹਾ ਹੈ, ਪੰਜਾਬ ਸਰਕਾਰ ਵੈਟ ਵਧਾ ਰਹੀ ਹੈ, ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਮਾਰ ਕਿਸਾਨਾਂ ਤੇ? ਕਿਸਾਨ ਨੂੰ ਜਿਹੜਾ ਅਸੀਂ ਕੱਦੂ ਕਰਦੇ ਆ ਉਹਨੂੰ ਵਾਹ ਕੇ ਖੇਤ ਨੂੰ ਤੇ ਸੁਹਾਗਾ ਮਾਰਦੇ ਆ ਪਾਣੀ ਲਾ ਕੇ, ਅੱਗੇ ਸਾਨੂੰ 3000 ਰੁਪਈਆ ਏਕੜ ਪੈ ਜਾਂਦਾ ਸੀ, ਜਿਹੜਾ ਅੱਜ 5000 ਰੁਪਈਆ ਏਕੜ ਸਾਨੂੰ ਪੈ ਰਿਹਾ। ਇਹ ਬਹੁਤ ਮਹਿੰਗਾ ਹੋ ਗਿਆ। ਡੀਜ਼ਲ ਤੇ ਪੈਟਰੋਲ ਦਾ ਤਾਂ ਸਾਡਾ ਸੰਬੰਧ ਨਹੀਂ ਜ਼ਿਆਦਾ, ਕਿਉਂਕਿ ਅਸੀਂ ਤਾਂ ਟਰੈਕਟਰ ਨੇ, ਸਾਡੇ ਕੋਲ ਉਹਦੇ 'ਚ ਡੀਜ਼ਲ ਹੀ ਚੱਲਣਾ ਬਿਲਕੁਲ। ਤੇ ਜਿਹੜੀ ਲੇਬਰ ਹੈ 2700 ਨੂੰ 2800 ਨੂੰ ਏਕੜ ਲਾਉਂਦੀ ਸੀ, ਉਹ 5000 ਨੂੰ ਚਲੀ, ਔਰ ਉਹ ਵੀ ਸਾਨੂੰ ਇੱਥੋਂ ਬੱਸਾਂ ਭੇਜ ਕੇ ਮੰਗਾਉਣੀਆਂ ਲੱਗੀਆਂ। ਜਿਹੜੀ ਬੱਸ 1,10,000 ਨੂੰ 20,000 ਨੂੰ ਬਿਹਾਰ ਤੋਂ ਜਾ ਕੇ ਲੇਬਰ ਲੈ ਕੇ ਆਈ ਹੈ। 5-6 ਬੱਸਾਂ ਇੱਥੇ ਸਾਡੇ ਪਿੰਡ ਚੱਲੀਆਂ। ਜਿਹੜੇ ਮੜੇ ਜਿਹੇ ਗੁਜ਼ਾਰੇ ਵਾਲੇ ਕਿਸਾਨ ਤੇ ਉਹਨਾਂ ਨੇ 4-4 5-5 ਬੰਦਿਆਂ ਨੇ ਪੈਸੇ ਇਕੱਠੇ ਕਰਕੇ ਲੇਬਰ ਨੂੰ ਮੰਗਾਇਆ। ਪਹਿਲਾਂ ਉਹਨਾਂ ਨੂੰ ਅਸੀਂ ਗੱਡੀ ਦਾ ਕਿਰਾਇਆ ਭੇਜਿਆ 20-25,000 ਤੁਸੀਂ 20-25 ਬੰਦੇ ਇਕੱਠੇ ਹੋ ਕੇ ਆ ਜਾਓ। ਉਹ ਕਹਿੰਦੇ ਗੱਡੀ 'ਚ ਨਹੀਂ ਅਸੀਂ ਆਉਣਾ ਜੀ, ਰਾਹ 'ਚ ਪੁਲਿਸ ਬਹੁਤ ਤੰਗ ਕਰਦੀ ਹੈ, ਸਾਨੂੰ ਤਾਂ ਬੱਸ ਭੇਜੋ ਤਾਂ ਬੱਸ 'ਚ ਆਉਂਗੇ, ਅਤੇ ਸਾਨੂੰ ਬੱਸਾਂ ਭੇਜਣੀਆਂ ਲੱਗੀਆਂ। ਇਸ ਲਈ ਕਿਸਾਨ ਕਿਸ ਤਰ੍ਹਾਂ ਬਚ ਰਹੂਗਾ? ਇਹ ਸਰਕਾਰਾਂ ਕੋਈ ਗੌਰ ਨਹੀਂ ਕਰ ਰਹੀਆਂ। ਜਿਹੜੀ ਲੇਬਰ ਇੱਥੇ ਤੇ ਪਹਿਲਾਂ ਭੇਜਣੀ ਹੋਣੀ ਚਾਹੀਦੀ ਸੀ ਵੀ ਤੁਸੀਂ ਝੋਨਾ ਲਾ ਕੇ ਜਾਇਓ, ਵੀ ਅਜੇ ਨਹੀਂ ਭੇਜਣੀ, ਫਰੀ ਉਹਨਾਂ ਨੂੰ ਭੇਜਿਆ ਅਤੇ ਉੱਥੇ ਸਾਨੂੰ ਕਿਰਾਇਆ ਮੰਗਾ ਕੇ ਉਹ ਲੇਬਰ ਮੰਗਾਉਣੀ ਲੱਗੀ। ਇਸ ਲਈ ਸਰਕਾਰ ਦਾ ਕੋਈ, ਕਿਸਾਨ ਦਾ ਨਾ ਸੈਂਟਰ ਸਰਕਾਰ ਦਾ ਕੋਈ ਵਿਚਾਰ ਹੈ ਨਾ ਪੰਜਾਬ ਸਰਕਾਰ ਦਾ। ਇਸ ਲਈ ਸਾਰਾ ਲੁੱਟੂ ਟੋਲਾ ਇਕੱਠਾ ਹੋਇਆ ਪਿਆ। ਇਹ ਸਾਰਾ ਬੋਝ ਹੈ ਜਿਹੜਾ ਕਿਸਾਨੀ 'ਤੇ ਪੈ ਰਿਹਾ। ਕਿਸਾਨ ਨੂੰ ਬਚਾਉਣ ਖਾਤਰ ਕੋਈ ਨਹੀਂ, ਅਤੇ ਅਖਬਾਰਾਂ 'ਚ ਬਿਆਨ ਆ ਜਾਂਦੇ ਆ 200 ਕਰੋੜ ਰੁਪਈਆ ਅਸੀਂ ਕਿਸਾਨ ਨੂੰ ਸਹਾਇਤਾ ਦੇ ਦਿੱਤੀ। ਉਹ ਅਖਬਾਰਾਂ 'ਚ ਰਹਿੰਦੀ ਹੈ। ਜਦ ਅਸੀਂ ਬੈਂਕ ਵਾਲਿਆਂ ਨੂੰ ਪੁੱਛਿਆ ਜੀ ਵੀ ਜਿਹੜੇ ਸਾਡੇ ਪੈਸੇ ਆਏ ਆ ਕੋਈ ਸਾਨੂੰ ਗ੍ਰਾਂਟ ਜਾਂ ਹੋਰ, ਕਹਿੰਦੇ ਕਰਜ਼ਾ ਲੈ ਲਓ, ਲਿਮਟਾਂ ਵਧਾ ਦਿੱਤੀਆਂ ਤੁਹਾਡੀਆਂ। ਲਿਮਟਾਂ ਦਾ ਸੱਤ ਜਿਹੜੀਆਂ ਪਹਿਲਾਂ ਜਿਹੜੀਆਂ ਵੀ ਸਾਡੀਆਂ ਉਹ ਜੋ ਨਹੀਂ ਉਤਰ ਰਹੀਆਂ। ਇਸ ਲਈ ਸਾਰਾ ਜਿਹੜਾ ਸਾਧਨ ਹੈ ਇਹ ਕਿਸਾਨ ਨੂੰ ਕਰਜ਼ਾਈ ਬਣਾ ਕੇ ਉਹਨਾਂ ਦੀਆਂ ਜ਼ਮੀਨਾਂ ਇਹਨਾਂ ਨੇ ਬੜੇ ਘਰਾਣਿਆਂ ਨੂੰ ਦੇਣੀਆਂ ਅਤੇ ਕਿਸਾਨ ਹੈ ਜਿਹੜਾ ਉਹ ਦਿਹਾੜੀ ਕਰਨ ਲਾ ਦੇਣਗੇ। ਲੋਕਡਾਊਨ ਨੇ ਪਹਿਲਾ ਲੱਕ ਤੋੜਿਆ, ਹੁਣ ਲੱਗਦਾ ਹੈ ਕਿ ਪੈਟਰੋਲ ਡੀਜ਼ਲ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਡੀਜ਼ਲ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹੁੰਦਾ ਹੈ, ਉਹਦੇ ਨਾਲ ਹੋਰ ਵੀ ਕਿਸਾਨ ਦੇ ਖਰਚੇ ਵਧਣਗੇ।
ਜਿਹੜਾ ਡੀਜ਼ਲ ਬਹੁਤ ਮਹਿੰਗਾ ਹੋ ਗਿਆ, ਇਹਦੇ ਨਾਲ ਕਿਸਾਨ ਦੇ ਖਰਚੇ ਹੋਰ ਵਧਣਗੇ ਤੇ ਲੇਬਰ ਵੀ ਮਹਿੰਗੀ ਹੋ ਗਈ। ਇਸ ਲਈ ਕਿਸਾਨ ਦਾ ਬਚਣਾ ਜਿਹੜਾ ਇਹਨਾਂ ਹਾਲਾਤ 'ਚ ਬਹੁਤ ਮੁਸ਼ਕਲ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਵੀ ਕੋਈ ਸਾਨੂੰ ਬੋਨਸ ਦੇਣ, ਕੋਈ ਡੀਜ਼ਲ ਦੇ ਸਾਡੇ ਪਰਮਿਟ ਬਣਾ ਦੇਣ ਵੀ ਤੂੰ ਖੇਤੀ ਕਰਦਾ ਵੀ ਤੇਰੇ ਪਾ ਇੰਨੀ ਏਕੜ ਹੈ ਵੀ ਇਸ ਲਈ ਇੰਨੀ ਤੇਰੀ ਖਪਤ ਹੋਣੀ ਹੈ, ਉਹ ਤੇਲ ਸਾਨੂੰ ਸਸਤਾ ਦਿੱਤਾ ਜਾਵੇ। ਜਿੱਦਾਂ ਰਾਸ਼ਨ ਕਾਰਡ 'ਚ ਅੱਗੇ ਮਿੱਟੀ ਦਾ ਤੇਲ ਮਿਲਦਾ ਹੀ ਸੀ, ਇਸੇ ਤਰ੍ਹਾਂ ਇਹਦਾ ਡੀਜ਼ਲ ਦਾ ਵੀ ਸਾਡੇ ਕਿਸਾਨਾਂ ਦੇ ਪਰਮਿਟ ਬਣਾ ਕੇ ਸਾਨੂੰ ਸਸਤੇ ਰੇਟ 'ਤੇ ਤੇਲ ਦੇਣਾ ਚਾਹੀਦਾ। ਪਰ ਸਰਕਾਰ ਦਾ ਇੱਧਰ ਨੂੰ ਧਿਆਨ ਹੀ ਨਹੀਂ ਹੈ। ਇਹ ਤਾਂ ਸਮਾਂ ਜਦੋਂ ਸਾਡਾ ਸੀਜ਼ਨ ਆਉਂਦਾ ਹੈ ਪੈਡੀ ਦਾ ਜਾਂ ਨਵੰਬਰ ਅਕਤੂਬਰ ਨਵੰਬਰ 'ਚ ਅਸੀਂ ਕਣਕ ਬੀਜਦੇ ਹਾਂ, ਉਦੋਂ ਇਹ ਰੇਟ ਮਹਿੰਗੇ ਕਰ ਦਿੰਦੇ। ਆਹ ਦੇਖੋ ਹੁਣ 8-10 ਰੁਪਏ ਮਹਿੰਗਾ ਹੋ ਗਿਆ ਥੋੜ੍ਹੇ 10 ਦਿਨ 'ਚ। ਰੋਜ਼ ਮਹਿੰਗਾ ਹੀ ਹੁੰਦਾ, ਰੋਜ਼ ਹੀ। ਤਜਰਬਾ ਇਹਨਾਂ ਦਾ ਬੋਲ ਰਿਹਾ ਹੈ ਕਿ ਕਿਸ ਤਰ੍ਹਾਂ ਜਿਹੜਾ ਹੈ ਰੇਟ, ਖਰਚਾ ਤਾਂ ਇਹਨਾਂ ਦਾ ਵਧਿਆ ਹੀ ਹੈ ਪਰ ਰੇਟ ਜਿਸ ਤਰ੍ਹਾਂ ਵੱਧ ਰਹੇ ਨੇ, ਇਹਨਾਂ ਦਾ ਕਹਿਣਾ ਹੈ ਕਿ ਕਿਸਾਨ ਦਾ ਲੱਕ ਜਿਹੜਾ ਉਹ ਤੋੜਿਆ ਜਾ ਰਿਹਾ, ਕਿਸਾਨ ਇਹਦੇ ਨਾਲ ਖਤਮ ਵੀ ਹੋ ਜਾਏਗਾ, ਇਹਨਾਂ ਦਾ ਇਹ ਵੀ ਕਹਿਣਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵੱਲ ਤੁਸੀਂ ਨਜ਼ਰ ਰੱਖਦੇ ਹੋ ਕਿ ਕੀ ਕੀਮਤ ਜਿਹੜੀ ਉਹ ਕੱਚੇ ਤੇਲ ਦੀ ਚੱਲ ਰਹੀ? ਕੱਚੇ ਤੇਲ ਦੀ ਜਿਹੜੀ ਕੀਮਤ ਹੈ ਜੀ ਇਸ ਵਕਤ ਮੇਰੇ ਖਿਆਲ $35 ਜਾਂ 40 ਦੇ ਵਿਚਾਰ ਕੱਚਾ ਤੇਲ ਚੱਲ ਰਿਹਾ ਹੈ। ਪਰ ਵੈਸੇ ਜਿਹੜੇ ਬੜੇ ਬੜੇ ਮੁਲਕ ਹੈ, ਅਮਰੀਕਾ ਜਿਸ ਤਰ੍ਹਾਂ ਉੱਥੇ ਮਾਈਨਸ 'ਚ ਜਾ ਰਿਹਾ ਹੈ। ਪਰ ਸਾਡੇ ਦੇਸ਼ ਦੀ ਖਮਨੀ ਕੇ ਬਦਕਿਸਮਤੀ ਹੈ, ਜਦ ਕਿ ਕੱਚਾ ਤੇਲ ਡਾਊਨ ਆ ਰਿਹਾ ਹੈ, ਸਾਡਾ ਜਿਹੜਾ ਰੇਟ ਹੈ ਇਹ ਵੱਧ ਰਿਹਾ ਹੈ। ਡੀਜ਼ਲ ਦਾ ਹੀ ਵੱਧ ਰਿਹਾ ਹੈ, ਪੈਟਰੋਲ ਦਾ ਵੱਧ ਰਿਹਾ ਹੈ। ਪਿਛਲੇ ਸਾਲ ਜਿਹੜਾ ਸਾਡਾ ਇਹੀ ਡੀਜ਼ਲ ਅਸੀਂ 55 ਰੁਪਏ ਲੀਟਰ ਲਾਉਂਦੇ ਤੇ, ਹੁਣ ਇਹ ਉਹੀ ਡੀਜ਼ਲ 75 ਰੁਪਏ ਹੋ ਗਿਆ। 20 ਰੁਪਏ ਦਾ ਇਹੀ ਸਾਨੂੰ ਫਰਕ ਪੈ ਗਿਆ। ਨੰਬਰ ਉਸ ਤੋਂ ਬਾਅਦ ਜਿਹੜੀ ਸਾਡੀ ਲੇਬਰ ਹੈ, ਲੇਬਰ ਪਹਿਲਾਂ ਇੱਥੋਂ ਇਹਨਾਂ ਨੇ ਸਰਕਾਰ ਨੇ ਭੇਜਤੀ, ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਆਪ ਉਹ ਲੇਬਰ ਲਿਆਂਦੀ, ਉਹ ਲੇਬਰ ਦੇ ਵਿੱਚ ਪ੍ਰਤੀ ਏਕੜ ਦੇ ਵਿੱਚ ਸਾਨੂੰ 1500 ਰੁਪਏ ਮਹਿੰਗੀ ਹੋ ਗਈ। ਪਿਛਲੇ ਸਾਲ ਅਸੀਂ ਉਹੀ ਲੇਬਰ ਝੋਨਾ ਲਾਉਣ ਦੀ 2500 ਰੁਪਏ ਦਿੰਦੇ ਤੇ, ਅੱਜ ਉਹ 4000 ਜਾਂ 4500 ਰੁਪਇਆ ਅਸੀਂ ਮਿੰਨਤਾਂ ਕਰਕੇ ਉਹਨਾਂ ਨੂੰ ਲਾਉਂਦੇ ਆ ਵੀ ਸਾਡੇ ਮੇਰੇ ਲਾ ਦੇ। ਇਸ ਕਰਕੇ ਜਿਹੜਾ ਇਹ ਜਿਹੜਾ ਕਿਸਾਨ ਹੈ ਇਹਨੂੰ ਘੱਟੋ ਘੱਟ ਜਿਹੜਾ ਕਰੋਨਾ ਦੀ ਮਾਰ, ਮੈਂ ਕਹਿੰਦਾ ਵੀ ਕਰੋਨਾ ਤਾਂ ਕਿਸਾਨ ਨੂੰ ਹੋ ਗਿਆ, ਉਹ ਲੋਕਾਂ ਨੂੰ ਨਹੀਂ ਹੋਇਆ, ਕਰੋਨਾ ਕਿਸਾਨ ਨੂੰ ਹੋ ਗਿਆ। ਜਿਹੜੀ ਸਾਰਾ ਹੀ ਉਸਦੀ ਜਿਹੜੀ ਇਕਨੋਮੀ ਹੈ ਕਿਸਾਨ ਦੀ, ਉਹ ਇੱਕ ਤਰ੍ਹਾਂ ਦੀ ਖਤਮ ਹੋ ਗਈ ਉਹ ਇਸ ਵਕਤ। ਤੇ ਇਹ ਦਰਦ ਹੈ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਕਿਸਾਨ ਨੂੰ ਭਾਵੇਂ ਕਰੋਨਾ ਬਿਮਾਰੀ ਨਹੀਂ ਲੱਗੀ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਕਿਸਾਨ ਨੂੰ ਜਿਹੜਾ ਹੈ ਕਰੋਨਾ ਹੋ ਗਿਆ। ਕੀ ਲੱਗਦਾ ਤੁਹਾਨੂੰ ਇਹਦੇ ਲਈ ਕੇਂਦਰ ਸਰਕਾਰ ਜ਼ਿੰਮੇਦਾਰ ਹੈ ਜਾਂ ਫਿਰ ਪੰਜਾਬ ਸਰਕਾਰ ਜ਼ਿੰਮੇਦਾਰ ਹੈ? ਸਰਕਾਰਾਂ ਜ਼ਿੰਮੇਵਾਰ ਹੈ ਜੀ, ਕੇਂਦਰ ਵੀ, ਬਾਕੀ ਪੰਜਾਬ ਵਾਲੀ ਕਾਂਗਰਸ ਸਰਕਾਰ ਵੀ। ਹਾਂਜੀ, ਉਮੀਦ ਕਿਸੇ ਤੋਂ? ਉਮੀਦਾਂ ਤਾਂ ਇਹੀ ਆ, ਸਰਕਾਰਾਂ ਦੇ ਹੱਥ ਹੈ, ਹਾਥੀ ਉਮੀਦ ਤਾਂ ਦੋਹਾਂ ਪਰ ਹੀ ਹੈ। ਹਾਂਜੀ, ਲੇਬਰ ਪਹਿਲਾਂ ਠੀਕ ਮਿਲਦੀ ਸੀ, ਹੁਣ ਤਾਂ ਲੋਕਡਾਊਨ ਤੋਂ ਬਾਅਦ ਮਿਲ ਰਹੀ ਹੈ ਪੂਰੀ ਲੇਬਰ? ਮਿਲਦੀ ਹੈ, ਮਹਿੰਗੀ ਹੋ ਗਈ ਲੇਬਰ। ਹੁਣ ਪਹਿਲਾਂ 2500 ਟਮਾਟਰ ਜੀ ਦੱਸਦੇ ਜੀ ਕੰਪਾਰ, ਐਤਕੀ ਤਾਂ ਸਾਨੂੰ 4-5 ਹਜ਼ਾਰ ਨੂੰ ਮਿਲ ਰਹੀ ਹੈ। ਕੁਝ ਹੋਰ ਕਿਸਾਨ ਵੀ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਆ। ਇੱਥੇ ਯੁਵਾ ਕਿਸਾਨ ਵੀ ਨੇ, ਕਿਉਂਕਿ ਕਿਹਾ ਜਾਂਦਾ ਹੈ ਕਿ ਹੁਣ ਜਿਹੜਾ ਯੂਥ ਹੈ ਉਹ ਕਿਸਾਨੀ ਵੱਲ ਨਹੀਂ ਜਾ ਰਿਹਾ। ਇਹਦਾ ਕਾਰਨ ਪੁੱਛ ਵੀ ਲੈਂਦੇ ਆ ਕਿ ਆਖਿਰ ਕੀ ਹੈ। ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ? ਕਿਸਾਨ ਲਈ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਯੂਥ ਹੈ ਉਹ ਕਿਸਾਨ ਬਣਨਾ ਪਸੰਦ ਕਰੇਗਾ? ਜੀ, ਜੇ ਸਾਨੂੰ ਸਰਕਾਰ ਸਬਸਿਡੀ ਦਿੰਦੀ ਹੈ ਹਰੇਕ ਚੀਜ਼ ਪਰ, ਜੇ ਸਰਕਾਰ ਸਾਨੂੰ ਬਣਦਾ ਹੱਕ ਦਿੰਦੀ ਹੈ, ਅਸੀਂ ਕਿਉਂ ਨਹੀਂ ਜਾਵਾਂਗੇ? ਸਾਨੂੰ ਨਹੀਂ ਮਿਲ ਰਿਹਾ ਉਹ ਚੀਜ਼। ਸਾਡੇ ਚੋਂ ਅੱਧਾ, ਸਾਨੂੰ 55% ਤਾਂ ਸਾਡਾ ਬਾਹਰ ਚਲੇ ਗਿਆ ਨਾਲ ਦਾ ਯੂਥ। ਉਹ ਇਸੇ ਕਰਕੇ ਜਾਂਦਾ ਜੀ, ਉਹਨਾਂ ਦਾ ਮੁੱਲ ਪੈਂਦਾ। ਉਹ ਚਾਹੇ ਉੱਥੇ ਪੀਜ਼ਾ ਡਿਲੀਵਰ ਕਰਦੇ ਆ ਜਾਂ ਕੋਈ ਡਰਾਈਵਿੰਗ ਕਰਦਾ, ਉਹਨਾਂ ਦਾ ਉਨੇ ਪੈਸੇ ਪੈਂਦੇ ਉਹਨਾਂ ਨੂੰ ਜਿੰਨੀ ਉਹਨਾਂ ਦੀ ਮਿਹਨਤ ਹੈ। ਇੱਥੇ ਮਿਹਨਤ ਦਾ ਮੁੱਲ। ਡੀਜ਼ਲ ਦੀਆਂ ਕੀਮਤਾਂ ਜਿਸ ਤਰ੍ਹਾਂ ਵੱਧ ਰਹੀਆਂ ਨੇ, ਕਿੰਨਾ ਅਸਰ ਜਿਹੜਾ ਹੈ ਉਹ ਕਿਸਾਨਾਂ ਤੇ ਪੈ ਰਿਹਾ? ਬਿਲਕੁਲ ਜੀ, ਜਿੱਥੇ ਸਾਡਾ 3500 ਜਾਂ 4000 ਲੱਗਦਾ ਸੀਗਾ ਕਿੱਲੇ ਪਰ ਏਕੜ ਦੇ ਹਿਸਾਬ ਨਾਲ, ਹੁਣ ਸਾਡਾ 6000 ਲੱਗ ਰਿਹਾ। ਆਪਾਂ ਜਿਵੇਂ ਮਾਸਟਰ ਜੀ ਨੇ ਦੱਸਿਆ, ਪਿਛਲੇ 55 ਰੁਪਏ ਸੀਗਾ, ਐਤਕੀ 74 ਰੁਪਏ। ਜਿੱਥੇ ਰੂਲ ਹੋ ਰਹੇ, ਜਿਹੜਾ ਰੂਲ ਕਰ ਰਹੇ ਆ ਉੱਥੇ 70 ਹੈ, ਜਿੱਥੇ ਸਾਡੇ ਵਰਗੇ ਰਹਿ ਰਹੇ ਆ ਉੱਥੇ 74 ਹੈ। ਕਿੰਨਾ ਕੁ ਫਰਕ ਹੈ? 20 ਕਿਲੋਮੀਟਰ ਦਾ ਫਰਕ ਹੋਊਗਾ ਚੰਡੀਗੜ੍ਹ ਤੇ ਸਾਡਾ। ਉੱਥੇ 4 ਰੁਪਏ ਸਸਤਾ ਕਿਵੇਂ ਹੋ ਜਾਂਦਾ? ਜਾਂ ਕਿ ਕਿਸਾਨ ਇੱਥੇ ਬੈਠੇ ਆ, ਕਿਉਂ? ਉਹਨਾਂ ਨੇ ਬੜੀਆਂ ਗੱਡੀਆਂ ਚਲਾਉਣੀਆਂ, ਬੜੀਆਂ ਗੱਡੀਆਂ 'ਚ ਘੁੰਮਣਾ, ਉਹਨਾਂ ਨੇ 60 ਦੇ ਰੂਲ ਕਰਨਾ ਹੈ, ਉਹਨਾਂ ਨੂੰ 70 ਹੈ। ਜਿਹੜੇ ਮੇਰੇ ਵਰਗੇ ਕਮਾਊ ਹੈ, ਜਿਨ੍ਹਾਂ ਨੇ ਕੰਮ ਕਰਨਾ ਹੈ, ਉਹਨਾਂ ਨੂੰ 74 ਹੈ। ਇਹੀ ਹੈ ਜੀ ਸਾਡੀ ਦੁਵਿਧਾ, ਹੋਰ ਕੀ ਸਾਡੀ ਕਰਦੀ। ਤੁਹਾਨੂੰ ਲੱਗਦਾ ਇਲੈਕਸ਼ਨਸ ਵੇਲੇ ਹੀ ਸਰਕਾਰਾਂ ਨੂੰ ਕਿਸਾਨ ਯਾਦ ਆਉਂਦੇ ਨੇ, ਉਦੋਂ ਸਾਰੇ ਇੱਕਦਮ ਪ੍ਰਾਈਜ਼ ਵੀ ਘਟਾ ਦਿੱਤੇ ਜਾਂਦੇ ਨੇ? ਮੈਂ ਕਹਿੰਦਾ ਜੀ, ਸਾਨੂੰ ਤਾਂ ਇੰਨਾ ਵਿਚਾਰਾ ਦਿਖਾਇਆ ਜਾਂਦਾ ਜਦੋਂ ਇਹਨਾਂ ਨੇ ਇਲੈਕਸ਼ਨ ਕਰਨੀ ਹੁੰਦੀ ਵੀ ਸਾਡੇ ਵਰਗਾ ਤਾਂ ਕੋਈ ਹੈ ਉਹ ਨਹੀਂ।
ਸਾਨੂੰ ਐ ਬੂਮ ਦਿੰਦੇ ਆ, ਹੇਠੋਂ ਚੱਕਦੇ ਆ ਉੱਪਰ, ਹਨਾ। ਤੇ ਹੁਣ ਸਾਨੂੰ ਮੈਂ ਕਹਿੰਦਾ ਵੀ ਬਕਵਾਸ ਕਰ ਰਹੇ ਆ, ਬੋਲਦੇ, ਇਹਨਾਂ ਨੂੰ ਕੁਝ ਨਹੀਂ ਪਤਾ ਵੀ ਇਸ ਤਾਂ ਵੀ ਸਿਰਫ ਵੀ ਨਾਰੇ ਮਾਰਾਂਗੇ, ਆਪੇ ਡੰਡੇ ਡੁੰਡੇ ਮਾਰ ਕੇ ਸਾਨੂੰ ਸ਼ਾਂਤ ਕਰਾ ਦੇਣਗੇ। ਇਹ ਕਿਉਂਕਿ ਸਾਡੇ ਪੁਰਖਾਂ ਨੇ ਚਮਲਾਏ ਆ ਇਹ ਸਾਨੂੰ ਕਟਾਈ ਖਾਣ ਦੀ ਸਾਨੂੰ ਆਦਤ ਹੋ ਗਈ, ਸਾਡੇ ਉਹ ਜੀਨਸ 'ਚ ਆ ਗਿਆ ਹੁਣ। ਕੀ ਕਿਹਨੂੰ ਜ਼ਿੰਮੇਦਾਰ ਮੰਨਦੇ ਹੋ ਇਹਦੇ ਲਈ? ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਲਗਾਤਾਰ ਵਧਾ ਰਹੀ ਹੈ, ਸੂਬਾ ਸਰਕਾਰ ਦੀ ਵੀ ਗੱਲ ਕਰੀਏ, ਪਿਛਲੇ 2 ਮਹੀਨਿਆਂ 'ਚ ਉਹਨਾਂ ਨੇ 2 ਵਾਰ ਵੈਟ ਵਧਾ ਦਿੱਤਾ ਹੈ। ਕਿਹਨੂੰ ਕਸੂਰਵਾਰ ਮੰਨਦੇ ਹੋ? ਮੈਂ ਜੀ ਦੋਨਾਂ ਨੂੰ ਮੰਨਦਾ। ਅਸੀਂ ਤਾਂ ਗੱਭੇ ਫਸ ਗਏ ਦੋਨਾਂ ਦੇ। ਜਦੋਂ ਉਹਨਾਂ ਨੇ ਰੂਲ ਕਰਨਾ ਹੁੰਦਾ ਤੇ ਉਹ ਨਾਰੇ ਲਾ ਦਿੰਦੇ ਆ, ਜਦੋਂ ਇਹਨਾਂ ਨੇ ਕਰਨਾ ਹੁੰਦਾ ਤੇ ਇਹ ਬੰਦ ਕਰਾ ਦਿੰਦੇ ਆ। ਇਹ ਤਾਂ ਜਿੱਕਣਾ ਆਪਾਂ ਸੀਪ ਲਾਉਂਦੇ ਵੀ ਇੱਕ ਦੂਜੇ 'ਤੇ ਸੀਪ ਲਾਉਂਦੇ, ਤੇ ਸਾਡਾ ਤਾਂ ਇਹਨਾਂ ਨੇ ਜਾਣੀ ਕਿ ਚੱਕੀ ਦੇ ਪੂੜਾ ਵਾਂਗ ਸਾਨੂੰ ਕਿਸਾਨ ਤੱਕ ਘਸਾਇਆ ਇਹਨਾਂ ਨੇ, ਹੋਰ ਕੁਛ ਨਹੀਂ। ਤੁਹਾਨੂੰ ਲੱਗਦਾ ਹੈ ਕਿ ਜੇ ਕਿਸਾਨਾਂ ਦੇ ਖਰਚੇ ਵਧਣਗੇ ਤਾਂ ਫਿਰ ਮਹਿੰਗਾਈ ਵੀ ਵਧੇਗੀ? ਮਹਿੰਗਾਈ ਤਾਂ ਜੀ ਵਧਣੀ ਹੈ ਜੀ। ਕਿਸਾਨਾਂ ਦੇ ਖਰਚੇ ਤਾਂ ਹੁਣ ਹਰ ਇੱਕ ਪਾਸੇ ਨੂੰ ਤਾਂ ਕੋਈ ਅਸੀਂ ਦਵਾਈਆਂ ਲੈਣ ਜਾਂਦੇ ਆ, ਉਹ ਮਹਿੰਗੀਆਂ ਮਿਲਣਗੀਆਂ। ਡੀਜ਼ਲ ਸਾਨੂੰ ਮਹਿੰਗਾ ਮਿਲਦਾ ਜੀ, ਲੇਬਰ ਸਾਨੂੰ ਮਹਿੰਗੀ ਮਿਲਦੀ ਆ। ਹਰ ਚਾਰੇ ਪਾਸਿਓਂ ਮਾਰ ਕਿਸਾਨ ਨੂੰ ਪੈਂਦੀ ਹੈ ਜੀ। ਅਗਰ ਕਿਸਾਨ ਮਰ ਗਿਆ ਤਾਂ ਸਮਝ ਲਓ ਦੇਸ਼ ਮਰ ਗਿਆ। ਕਿਸਾਨ ਨਹੀਂ ਡੁੱਬ ਗਈ ਤਾਂ ਦੇਸ਼ ਡੁੱਬ ਗਿਆ, ਕਿਉਂਕਿ ਕਿਸਾਨੀ ਦੇ ਸਿਰ ਤੇ ਹੀ ਸਭ ਕੁਝ ਚੱਲਦਾ। ਪਰ ਸਰਕਾਰਾਂ ਤਾਂ ਕਿਸਾਨ ਹੀ ਸਭ ਤੋਂ ਜ਼ਿਆਦਾ ਡੋਬ ਰਹੀਆਂ ਨੇ। ਸਰਕਾਰਾਂ ਹੀ ਡੋਬਦੀਆਂ ਹਾਂ ਜੀ। ਚੋਣਾਂ ਵੇਲੇ ਕੁਝ ਗੱਲਾਂ ਹੋਰ ਕਹਿ ਜਾਂਦੇ ਜੀ, ਸਾਨੂੰ ਕਿਹੜੇ ਲਿਖਤੀ ਰੂਪ 'ਚ ਕਹਿ ਕੇ ਜਾਂਦੇ, ਅਸੀਂ ਭੋਲੇ ਭਾਲੇ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ। ਜਦੋਂ ਸੱਤਾ 'ਚ ਆਉਂਦੇ ਆ ਜੀ ਫਿਰ ਉਹ ਆਪਣੇ ਗੱਜੀ ਨਾਪਦੇ ਆ। ਤੁਹਾਨੂੰ ਜਿਹੜੀਆਂ ਸਰਕਾਰਾਂ ਨੇ ਉਹ ਕਿਸਾਨ ਮੰਨਦੀਆਂ ਨੇ ਕਿ ਸਿਰਫ ਇੱਕ ਵੋਟਰ ਮੰਨਦੀਆਂ ਨੇ? ਹੁਣ ਸਾਨੂੰ ਤਾਂ ਵੋਟਰ ਮੰਨਦੀ ਹੈ ਜੀ ਉਹ। ਹਾਂਜੀ, ਉਹ ਤਾਂ ਵੋਟਰ ਆਪਣਾ ਲਵਾਉ ਨੀਤੀਆਂ ਨਾਲ ਅਤੇ ਵੋਟਾਂ ਲੈ ਜਾਂਦੇ। ਤੇ ਇਸ ਵੇਲੇ ਸਭ ਤੋਂ ਜ਼ਿਆਦਾ ਉਮੀਦ ਹੁੰਦੀ ਹੈ ਕਿ ਕਿਉਂਕਿ ਜਦੋਂ ਝੋਨਾ ਲਾਣਾ ਹੁੰਦਾ ਹੈ ਜਾਂ ਫਿਰ ਜਦੋਂ ਦੂਸਰੀਆਂ ਫਸਲਾਂ ਲਾਣੀਆਂ ਹੁੰਦੀਆਂ, ਉਦੋਂ ਕਿਸਾਨ ਸਭ ਤੋਂ ਜ਼ਿਆਦਾ ਉਮੀਦ ਕਰਦੇ ਨੇ ਕਿ ਰੇਟ ਘਟਣ, ਪਰ ਉਦੋਂ ਰੇਟ ਵਧਾ ਦਿੱਤੇ ਜਾਂਦੇ ਨੇ। ਹੋਰ ਕਿਸਾਨ ਨੇ ਸਾਡੇ ਨਾਲ, ਉਹਨਾਂ ਤੋਂ ਜਾਣ ਲੈਂਦੇ ਆ ਕਿ ਆਖਿਰ ਉਹਨਾਂ ਦਾ ਤਜਰਬਾ ਕੀ ਕਹਿੰਦਾ ਹੈ। ਪਹਿਲਾਂ ਜਦੋਂ ਕਿਸਾਨੀ ਕਰਦੇ ਸੀ ਤੇ ਹੁਣ ਕਿਸਾਨੀ ਕਰਨਾ, ਕਿੰਨਾ ਫਰਕ ਹੋ ਗਿਆ? ਫਰਕ ਡਬਲ ਪੈ ਗਿਆ ਜੀ। ਅੱਗੇ ਮਿਹਨਤ ਵੀ ਜ਼ਿਆਦਾ ਕਰਦੇ ਸੀ, ਚੀਜ਼ਾਂ ਵੀ ਸਸਤੀਆਂ ਸੀ। ਉਸ ਤੋਂ ਬਾਅਦ ਹੁਣ ਆ ਡੀਜ਼ਲ ਦੀ ਉਹ ਗੱਲ ਲੈ ਲਓ, ਕਿੱਥੇ 20-25 ਰੁਪਏ ਲੀਟਰ ਵੱਧ ਗਿਆ। ਬਾਕੀ ਹੋਰ ਦਵਾਈਆਂ ਸਭ ਕੁਝ ਵੱਧ ਗਿਆ। ਜੀਰੀ ਦਾ ਜਿਹੜਾ ਰੇਟ ਦਿੱਤਾ ਹੈ ਕਣਕ ਦਾ, ਉਹ ਸਾਨੂੰ 50 ਜਾਂ 60 ਰੁਪਏ ਵਧਾਉਣੇ। ਜ਼ਿਮੀਦਾਰ ਨੇ ਆਪੇ ਮਰਨਾ ਰੱਸੇ ਪਾਉਣੇ ਗਲਾਂ 'ਚ। ਉਹਦੇ ਪ੍ਰਾਈਸ ਇੰਡੈਕਸ ਨਾਲ ਜੋੜਦੇ ਆ, ਉਹਦਾ ਕੁਝ ਕੱਢ ਕੇ ਸਾਨੂੰ ਰੇਟ ਦੇਣ ਤਾਂ ਕੁਝ ਫਾਇਦਾ ਹੋਵੇ। ਹੁਣ ਕਾਰਪੋਰੇਟ ਹੈ, ਕਾਰਪੋਰੇਟਰ ਆਪਣਾ ਮੁਨਾਫਾ ਪਹਿਲਾਂ ਦੇਖਦਾ, ਜ਼ਿਮੀਦਾਰ ਨੂੰ ਮੁਨਾਫਾ ਨਹੀਂ ਘਾਟਾ ਪੈਣਾ। ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਤਾਂ ਹੋਰ ਤੁਹਾਨੂੰ ਸਬਸਿਡੀ ਦੇਣੀ ਚਾਹੀਦੀ ਸੀ ਜਾਂ ਹੋਰ ਰਾਹਤ ਦੇਣੀ ਚਾਹੀਦੀ ਸੀ? ਕਿਉਂਕਿ ਲੋਕਡਾਊਨ ਰਿਹਾ, ਉਦੋਂ ਵੀ ਬਥੇਰੀਆਂ ਦਿੱਕਤਾਂ ਜਿਹੜੀਆਂ ਕਿਸਾਨਾਂ ਨੂੰ ਫੇਸ ਕਰਨੀਆਂ ਪਈਆਂ। ਲਾਕਡਾਊਨ 'ਚ ਵੀ ਬਥੇਰੀਆਂ ਮੁਸੀਬਤਾਂ ਝੱਲੀਆਂ, ਵੇਚਣ ਖਾਤਰੇ ਪਹਿਲਾਂ ਕਣਕ ਨੂੰ ਬਹੁਤ ਮੁਸੀਬਤਾਂ ਝੱਲੀਆਂ। 5-5 ਬੰਦੇ ਜਾਓ ਜੀ, ਪਾਸ ਲਓ ਜੀ, ਫਲਾਣਾ ਕਰੋ। ਹੁਣ ਅੱਗੇ ਆ ਕੇ ਜਿਹੜਾ ਆਹ ਸਿਲਸਿਲਾ ਚੱਲ ਪਿਆ, ਇਹਦੇ 'ਚ ਪਤਾ ਨਹੀਂ ਕਿੰਨਾ ਹਾਲ ਬੁਰਾ ਹੋਊਗਾ। ਗਾਹਾਂ ਵੇਚਣ ਦਾ ਵੀ ਅਜੇ ਇਹਦਾ ਪਤਾ ਨਹੀਂ ਹੈ। MSP ਵੀ ਰੱਖਣਗੇ ਕਿ ਨਹੀਂ। ਜਿਹੜੇ ਆਰਡੀਨੈਂਸ ਜਾਰੀ ਕਰੀ ਜਾਂਦੇ, ਇਹਨਾਂ 'ਚ ਸਾਨੂੰ ਕੋਈ ਯਕੀਨ ਨਹੀਂ ਹੈ ਵੀ ਕਿਆ ਕਰਨਾ ਕਿਆ ਨਹੀਂ। ਜ਼ਿਮੀਦਾਰ ਨੂੰ ਮਾਰਨਾ, ਕਾਰਪੋਰੇਟ ਨੂੰ ਸੰਭਾਲਣਾ। ਇਹਦੇ ਕਰਕੇ ਜ਼ਿਮੀਦਾਰ ਨੇ ਆਪੇ ਡਾਊਨ ਜਾਣਾ ਥੱਲੇ। ਕਿਸਾਨ ਹਿਤੈਸ਼ੀ ਕੋਈ ਲੱਗਦਾ ਕੋਈ ਫੈਸਲਾ ਕੇਂਦਰ ਸਰਕਾਰ ਜਾਂ ਸੂਬੇ ਦੀ ਸਰਕਾਰ ਨੇ ਕੀਤਾ ਹੋਵੇ? ਸਿਰਫ ਵੋਟਰਾਂ ਲੈਣ ਖਾਤਰ ਜਿਹੜੀਆਂ ਸਕੀਮਾਂ ਬਣਾਉਂਦੇ ਉਹਨਾਂ ਦੇ ਨਾਂ ਰੱਖਦੇ ਆ। ਹਿਤੈਸ਼ੀ ਕੋਈ ਫੈਸਲਾ ਨਹੀਂ ਹੈ ਕਿਸੇ ਵੀ ਸਰਕਾਰ ਦਾ। ਬਸ ਉਹਦਾ ਇੱਕ ਸਿਰਫ ਵੋਟਾਂ ਲੈਣ ਦਾ ਸਟੰਟ ਹੈ। ਬਿਲਕੁਲ, ਤੇ ਇਹ ਕਿਸਾਨਾਂ ਦਾ ਦਰਦ ਹੈ ਕਿਉਂਕਿ ਉਹਨਾਂ ਨੂੰ ਝੇਲਣਾ ਪੈ ਰਿਹਾ ਹੈ ਗਰਾਊਂਡ ਤੇ। ਇੱਕ ਹੋਰ ਕਿਸਾਨ ਨੇ, ਉਹਨਾਂ ਤੋਂ ਇਹ ਜ਼ਰੂਰ ਜਾਣ ਲੈਂਦੇ ਆ, ਕਿਉਂਕਿ ਹੁਣ ਝੋਨੇ ਦੀ ਗੱਲ ਆ ਰਹੀ ਹੈ, ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਜਾਏਗਾ ਕਿ ਸਟਬਲ ਬਰਨਿੰਗ, ਪਰਾਲੀ ਨਾ ਜਲਾਓ। ਤੇ ਫਿਰ ਜਦੋਂ ਤੁਸੀਂ ਕੋਈ ਮਦਦ ਨਹੀਂ ਕਰਨੀ ਤਾਂ ਫਿਰ ਤੁਸੀਂ ਅਜਿਹੇ ਜਿਹੜੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਕਿਸਾਨਾਂ ਤੇ ਥੋਪਦੇ ਹੋ? ਇਹ ਵੀ ਜ਼ਰੂਰ ਜਾਣ ਲੈਂਦੇ ਆ। ਭਾਜੀ, ਹੁਣ ਕਹਿੰਦੇ ਨੇ ਕਿ ਤੁਸੀਂ ਝੋਨਾ ਬੀਜ ਲਓ, ਫਿਰ ਕਹਿੰਗੇ ਪਰਾਲੀ ਨਾ ਜਲਾਓ। ਕੀ ਲੱਗਦਾ ਤੁਹਾਨੂੰ, ਹਰ ਚੀਜ਼ ਦੇ ਵਿੱਚ ਇਹਦੇ ਵਿੱਚ ਮਸ਼ੀਨਾਂ ਦਾ ਇਸਤੇਮਾਲ ਹੋਣਾ ਹੈ, ਮਸ਼ੀਨਾਂ ਦਾ ਜਾਂ ਫਿਰ ਟਰੈਕਟਰ ਦਾ ਇਸਤੇਮਾਲ ਹੋਣਾ ਹੈ, ਫਿਰ ਉਦੋਂ ਡੀਜ਼ਲ। ਆਖਿਰਕਾਰ ਤਾਂ ਪ੍ਰਾਈਸ ਜਿਹੜਾ ਹੈ ਡੀਜ਼ਲ ਪੈਟਰੋਲ ਤੇ ਹੀ ਸਾਰਾ ਕੁਝ ਚੱਲਦਾ ਹੈ। ਉਹਦਾ ਜਦ ਸਾਡਾ ਡੀਜ਼ਲ ਲੱਗਣਾ ਮਹਿੰਗਾ ਹੀ ਲੱਗਣਾ ਸਾਨੂੰ। ਜਦੋਂ ਹੁਣ ਖਰਚਾ ਤਾਂ ਵਧਣਾ ਹੀ ਪੈਣਾ, ਡੀਜ਼ਲ ਮਹਿੰਗਾ ਹੋਣਾ। ਪਰਾਲੀ ਅਸੀਂ ਜਲਾਉਣੀ ਨਹੀਂ, ਸਾਨੂੰ 3-4 ਕਿੱਲਾ ਖੇਤ ਵਾਹੁਣਾ ਪਊਗਾ। ਸਾਡਾ 2-3 ਹਜ਼ਾਰ ਰੁਪਇਆ ਡੀਜ਼ਲ ਦਾ ਹੋਰ ਖਰਚਾ ਹੋਊਗਾ। ਕਿੰਨੀ ਮਾਰ ਸਮਝਦੇ ਹੋ ਜਦੋਂ ਵੀ ਡੀਜ਼ਲ ਦਾ ਰੇਟ ਵੱਧਦਾ ਹੈ? ਡੀਜ਼ਲ ਦੀ ਮਾਰ ਕਾਫੀ ਜ਼ਿਆਦਾ ਪੈ ਜਾਣੀ ਹੈ, ਕਾਫੀ ਜ਼ਿਆਦਾ। ਕਿਉਂਕਿ ਹਰ ਟਾਈਮ ਅਸੀਂ ਜਦ ਤੁਰਨਾ, ਜਦ ਵੀ ਡੀਜ਼ਲ ਵੇਲੇ ਤੁਰਨਾ, ਖੇਤ ਨੂੰ ਇੱਦਾਂ ਖਾਲੀ ਤਾਂ ਜਾਣਾ ਨਹੀਂ ਹੈ। ਕਿਉਂਕਿ ਜਦ ਵਾਹੁਣ ਜਾਓਗੇ ਤਾਂ ਖੇਤ ਮੈਂ ਪੈਸਾ ਪਾ ਕੇ ਤੁਰੋਗੇ, ਪੈਸੇ ਜੇ ਮੈਂ ਹੁੰਦੇ ਨਹੀਂ ਹੈ। ਫਿਰ ਅਸੀਂ ਸਾਹੂਕਾਰ ਤੋਂ ਪੈਸੇ ਲੈਣ ਜਾਓਗੇ, ਲਿਮਟਾਂ ਕਰਾਉਂਗੇ, ਉਹ ਸਾਡੇ ਪਰ ਵਿਆਜ ਪੈ ਜਾਣਾ। ਕਿ ਪਹਿਲਾਂ ਹੀ ਅਸੀਂ ਟੁੱਟੇ ਹੋਏ ਹਾਂ, ਪਹਿਲਾਂ ਹੀ ਕਰਜ਼ਈ ਹਾਂ।
ਇਹ ਸਾਡੇ ਪਰ ਮਾਰ ਦੋ ਪਾਸੇ ਨੂੰ ਪੈਣੀ ਹੈ, ਇੱਕ ਤਾਂ ਮਹਿੰਗਾਈ ਦੀ ਪੈਣੀ ਹੈ ਤੇ ਪੈਸਾ ਲੈ ਕੇ ਤੁਰਦੇ ਹਾਂ ਅਸੀਂ, ਪੈਸੇ ਪਰ ਵਿਆਜ ਵੀ, ਜਿੰਨਾ ਪੈਸਾ ਅਸੀਂ ਵੱਧ ਚੱਕੂਗੇ ਵਿਆਜ ਪਰ ਉਨਾ ਸਾਨੂੰ ਜ਼ਿਆਦਾ ਵਿਆਜ ਪਊਗਾ। ਪਹਿਲਾਂ ਕਿਹੜਾ ਅਸੀਂ ਬਹੁਤ ਸੁਣਦੇ ਹਾਰ, ਜਦ ਚੰਗੇ ਸੁਣਦੇ ਹਾਰ ਹੋਈਏ ਤੇ ਚੰਗੇ ਸਾਡੇ ਕੋਲ ਜੇਬ ਮਾ ਗੁੰਜਾਇਸ਼ ਹੋਵੇ ਫਿਰ ਤਾਂ ਸਾਨੂੰ ਮਾਰ ਨਾ ਪਵੇ, ਸਾਡੇ ਕੋਲ ਤਾਂ ਮਾਰੇ ਪੈਂਦੀ ਚਲੇ ਜਾਣੀ ਹੈ। ਪਹਿਲੇ ਅਸੀਂ ਕਰਜ਼ੇ ਤੇ ਦੱਬੇ ਵੀ। ਸਰਕਾਰਾਂ ਨੂੰ 250-300 ਕਰੋੜ ਦਾ ਜਿਹੜਾ ਫਾਇਦਾ ਹੁੰਦਾ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਇੱਕ ਇੱਕ ਕਿਸਾਨ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ ਆਪਦੇ ਫਾਇਦੇ 'ਚੋਂ? ਕਿਸਾਨੀ ਦਾ ਤਾਂ ਨੁਕਸਾਨ ਹੈ, ਨੁਕਸਾਨ ਹੈ ਕਿਸਾਨੀ ਦਾ। ਹੁਣ ਕੋਈ ਇਹ ਆਪਣੇ ਫਾਇਦੇ ਦੇਖੀਏ ਨੇ, ਸਾਡਾ ਫਾਇਦਾ ਕੌਣ ਦੇਖਦਾ? ਸਾਡਾ ਫਾਇਦਾ ਜਾਂ ਵੋਟਾਂ ਮੂਹਰੇ ਉਹ ਛੱਡ ਦਿੰਦੇ ਨੇ, ਛੋਛੇ ਛੱਡ ਦਿੰਦੇ ਨੇ, ਅਸੀਂ ਘਬਰਾਹ ਹੋ ਕੇ ਵੋਟਾਂ ਪਾ ਦਿੰਦੇ ਨੇ। ਇੱਕ ਨੂੰ ਪਾਉਂਦੇ ਦੂਜਾ ਆਉਂਦਾ, ਦੂਜਾ ਆਉਂਦਾ ਤੀਜਾ ਆਉਂਦਾ, ਸਾਨੂੰ ਤਾਂ ਉਹੀ ਜਿਹੀ ਟੱਕਰ ਦੇ ਆਉਂਦੇ ਜਿੱਦਾਂ ਦੇਖ ਰਹੇ। ਅੱਛਾ, ਸੁਖਬੀਰ ਸਿੰਘ ਬਾਦਲ ਜੀ ਨੇ ਮੰਗ ਕੀਤੀ ਹੈ ਕਿਉਂਕਿ ਆਲ ਪਾਰਟੀ ਮੀਟਿੰਗ ਹੋਈ, ਉਹਦੇ ਵਿੱਚ ਉਹਨਾਂ ਨੇ ਇਹ ਮੰਗ ਕੀਤੀ ਕਿ 10 ਰੁਪਏ ਜਿਹੜਾ ਹੈ ਉਹ ਡੀਜ਼ਲ ਤੇ ਵੈਟ ਘਟਾ ਦਿੱਤਾ ਜਾਵੇ, 10 ਰੁਪਏ। ਕੀ ਤੁਹਾਨੂੰ ਲੱਗਦਾ ਹੈ ਕਿ ਮੁਮਕਿਨ ਹੋ ਪਾਏਗਾ? ਜੇ ਉਹ ਘਟਾ ਦਿੰਦੇ ਨੇ ਬੇਸ਼ੱਕ ਘਟਾ ਦੇਣ, 10 ਦਿਨ ਘਟਾ ਦੇਣ, 1 ਲੱਖ ਦਾ ਘਟਾਉਣਾ ਨਹੀਂ, ਅੱਜੇ ਦਾ ਨਹੀਂ ਘਟਾ ਦੇਣਾ। ਸਾਡਾ ਤਾਂ ਕੰਮ ਉਸ ਟਾਈਮ ਨੂੰ ਹੋ ਲੈਣਾ ਹੈ, ਜਾਂ ਸਾਨੂੰ ਉਸ ਟਾਈਮ ਦੇ ਕੋਈ ਛੱਡਿਆ ਜਾਵੇ ਕੋਈ ਪੈਸਾ ਵੀ। ਚਲੋ ਅਸੀਂ ਡੀਜ਼ਲ ਦਾ ਰੇਟ ਘਟਾਇਆ, ਕਿਸਾਨਾਂ ਦਾ ਇੰਨਾ ਡੀਜ਼ਲ ਖਰਚ ਹੋਇਆ ਕਿੱਲੇ ਤੇ ਉਸ ਹਿਸਾਬ ਨਾਲ ਸਾਨੂੰ ਬਾਉਂਸ ਦੇ ਦਿੱਤਾ ਜਾਵੇ। ਜੇ ਕਰ ਵੀ ਦਿੱਤਾ ਸਾਨੂੰ ਤਾਂ ਫਿਰ ਵੀ ਕੋਈ ਫਾਇਦਾ ਨਹੀਂ ਹੋਣਾ। ਫਾਇਦਾ ਤਾਂ ਹੀ ਹੋਊਗਾ ਜੇ ਸਾਨੂੰ ਬਾਉਂਸ ਦਿੱਤਾ ਜਾਊਗਾ। ਜੇ ਹੁਣ ਸਾਡਾ ਖਰਚੇ ਵਧੇ ਹੈ, ਸਾਨੂੰ ਸਰਕਾਰਾਂ ਨੂੰ ਕੋਈ ਬਾਉਂਸ ਦੇ ਦੇਣਾ, ਸਟੇਟ ਨੂੰ ਬਾਉਂਸ ਦੇ ਦੇਣਾ ਚਾਹੀਦਾ। ਇਹਨੂੰ ਮਾਰ ਪੈ ਰਹੀ ਹੈ ਕਿਸੇ ਨੂੰ। ਸ਼ਮਸ਼ੇਰ ਜੀ, ਇੱਕ ਗੱਲ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੂੰਗੀ ਮੈਂ। 2000 ਦੀ ਗੱਲ ਕਰੀਏ ਤਾਂ ਪੈਟਰੋਲ ਡੀਜ਼ਲ ਦਾ ਕਿੰਨਾ ਰੇਟ ਸੀ ਤੇ 20 ਸਾਲਾਂ ਦੇ ਵਿੱਚ ਕਿੰਨਾ ਵੱਧ ਗਿਆ, ਤੇ ਕੀ ਮੰਗ ਤੁਸੀਂ ਹੁਣ ਕੇਂਦਰ ਸਰਕਾਰ ਤੇ ਸੂਬੇ ਦੀ ਸਰਕਾਰ ਤੋਂ ਕਰਦੇ ਹੋ? ਉਹ ਜਦ ਡੀਜ਼ਲ ਦਾ ਰੇਟ 15 ਰੁਪਏ ਲੀਟਰ ਦਾ ਜੀ 2000, ਜਿਹੜਾ ਅੱਜ 74 ਰੁਪਏ ਹੋ ਗਏ। ਇਸ ਲਈ ਇੰਨਾ ਜਿਹੜਾ ਡਿਫਰੈਂਸ ਹੈ ਇਹ ਬਹੁਤ ਜ਼ਿਆਦਾ ਹੈ, ਕਿਸਾਨੀ ਤੇ ਬਹੁਤ ਜ਼ਿਆਦਾ ਬੋਝ ਪੈ ਗਿਆ। ਉਸ ਟਾਈਮ ਅਸੀਂ 2000 'ਚ ਥੋੜ੍ਹੇ ਬਹੁਤੇ ਸਾਡੇ ਕੋਲ ਬਲਦ ਵੀ ਹੁੰਦੇ ਤੇ ਉਹਨਾਂ ਨਾਲ ਖੇਤੀ ਕਰ ਲੈਂਦੇ ਤੇ। ਹੁਣ ਤਾਂ ਸਾਰਾ ਹੀ ਮਸ਼ੀਨਰੀ 'ਤੇ ਡਿਪੈਂਡੈਂਟ ਹੋ ਗਿਆ। ਔਰ ਮਸ਼ੀਨਰੀ ਬਿਨਾਂ ਮਾਪ ਨਹੀਂ ਸਕਦੇ। ਜਿੱਦਾਂ ਹੁਣ ਪਰਾਲੀ ਹੈ, ਕਹਿੰਦੇ ਅੱਗ ਨਾ ਲਾਓ, ਬਲਦ ਤਾਂ ਉੱਥੇ ਕੰਮ ਹੀ ਨਹੀਂ ਕਰ ਸਕਦੇ ਜੀ। ਮਸ਼ੀਨਰੀ ਮਹਿੰਗੀ ਹੋ ਗਈ, ਔਰ ਉਹ ਅਸੀਂ ਮਸ਼ੀਨਰੀ ਨੂੰ ਵਰਤਦੇ ਹਾਂ। ਅਤੇ ਜਿਹੜੀਆਂ ਅਸੀਂ ਪਿੱਛੇ ਕਣਕਾਂ ਬੀਜੀਆਂ ਤੇ ਪਰਾਲੀ ਨੂੰ ਅੱਗ ਕਿਸੇ ਨੇ ਨਹੀਂ ਲਾਈ, ਜ਼ੀਰੋ ਡਰਿੱਲ ਨਾਲ ਕਣਕ ਬੀਜੀ ਅਤੇ ਕਣਕ ਜੰਮਿਆ ਜੀ। ਉਹ 15-20 ਦਿਨ ਬਾਅਦ ਉਹਨੂੰ ਸੁੰਡੀ ਖਾ ਗਈ ਜੀ, ਬਿਮਾਰੀ ਖਾ ਗਈ। ਕਿਸਾਨ ਦਾ ਕਿੰਨਾ ਨੁਕਸਾਨ ਹੋਇਆ, ਲੇਬਰ ਦਾ ਨੁਕਸਾਨ ਹੋਇਆ, ਉਹਦੀ ਤੇਲ ਦਾ ਵੱਧ ਖਰਚਾ ਹੋਇਆ ਅਤੇ ਬੀਜ ਦਾ ਦੁਬਾਰਾ ਖਰਚਾ ਹੋ ਗਿਆ ਅਤੇ ਕਣਕ ਲੇਟ ਹੋ ਗਈ ਜੀ। ਲੇਟ ਹੋਣ ਕਣਕ ਜਿਹੜੀ ਕਣਕ ਦੀ ਪ੍ਰੋਡਕਸ਼ਨ ਹੈ ਉਹ ਵੀ ਘੱਟ ਗਈ ਜੀ। ਇਸ ਲਈ ਸਰਕਾਰ ਸਾਡੇ ਪਰ ਕਾਨੂੰਨ ਤਾਂ ਨਵੇਂ ਠੋਕੀ ਜਾਂਦੀ ਹੈ ਵੀ ਆਹ ਧੂੰਆਂ ਜੀ, ਇਹ ਪ੍ਰਦੂਸ਼ਣ ਹੋ ਗਿਆ ਜੀ, ਸਾਰਾ ਕਿਸਾਨ ਦੇ ਸਿਰ ਹੋ ਜਾਂਦਾ। ਹੁਣ ਪ੍ਰਦੂਸ਼ਣ ਤਾਂ ਹੁਣ ਜਮਾਂ ਹੀ ਹਟ ਗਿਆ ਜੀ। ਨਹੀਂ ਪ੍ਰਦੂਸ਼ਣ ਹੀ ਨਹੀਂ ਹਟਦਾ, ਦਿੱਲੀ 'ਚ ਨਹੀਂ ਕੱਢਦਾ ਤਾਂ ਪੰਜਾਬ 'ਚ ਨਹੀਂ ਕੱਢਦਾ। ਤਾਂ ਕੀ ਮੰਗ ਕਰਦੇ ਹੋ? ਅਸੀਂ ਤਾਂ ਕਹਿੰਦੇ ਹਾਂ ਕਿ ਸਰਕਾਰ ਹੱਲ ਕਰੇ। ਅਸੀਂ ਤਾਂ ਕਹਿੰਦੇ ਪਰਾਲੀ ਸਾਡੇ ਖੇਤ 'ਚੋਂ ਚੱਕ ਲੈਣੀ ਜਾਣ, ਅਸੀਂ 1 ਪੈਸਾ ਨਹੀਂ ਇਹਨਾਂ 'ਤੇ ਲੈਂਦੀ। ਆਪਣੀ ਵੱਢ ਕੇ ਜੋ ਕੁਛ ਮਰਜ਼ੀ ਆਹ ਇਹਦੇ 'ਚ ਫੂਕ ਲੈਣ, ਬਿਜਲੀ ਬਣਾ ਲੈਣ, ਹੋਰ ਪਾਸੇ ਲਾ ਲੈਣ, ਕਿਤੇ ਕੰਮ ਕਰ ਲੈਣ। ਪਰ ਇਹ ਸਾਰਾ ਕਿਸਾਨ ਦੇ ਸਿਰੇ ਕਹਿੰਦੇ ਵੀ ਉਹੀ ਸਾਨੂੰ ਵੱਢ ਕੇ ਦੇ ਦੇਵੇ, ਉਹੀ ਸਾਡੇ ਪਾ ਬਿਜਲੀ ਘਰਾਂ ਪਰ ਸਪਲਾਈ ਕਰ ਦੇਵੇ, ਅਸੀਂ ਬਿਜਲੀ ਘਰ ਲਾ ਦਿੰਦੇ ਹਾਂ। ਪਰ ਕਿਸਾਨ ਕਰ ਵੀ ਸਕਦਾ, ਪਰ ਇੰਨਾ ਖਰਚ ਤਾਂ ਸਾਨੂੰ ਮਿਲੇ, ਕੋਈ ਬੋਨਸ ਮਿਲੇ, ਕੋਈ ਸਾਨੂੰ ਫਸਲ ਤੇ ਪ੍ਰੋਡਕਸ਼ਨ ਤੇ ਮਿਲੇ। ਇਸ ਲਈ ਸਾਰਾ ਹੀ ਕਿਸਾਨ ਦੇ ਸਿਰੇ। ਜੇ ਪ੍ਰਦੂਸ਼ਣ ਫੈਲਦਾ ਤਾਂ ਵੀ ਕਿਸਾਨ ਦੇ ਸਿਰ ਦੀ। ਔਰ ਉਹਦੇ ਸੰਭਾਲ ਖਾਤਰ ਸਾਨੂੰ ਕੋਈ ਮਸ਼ੀਨਰੀ ਨਹੀਂ ਮਿਲਦੀ, ਰੇਟ ਸਿਰ ਮਿਲੇ। ਕੋਈ ਕੋਆਪਰੇਟਿਵ ਸੁਸਾਇਟੀਆਂ 'ਚ ਆ ਜਾਵੇ, ਕੋਈ ਸਾਂਝੇ ਫਾਰਮ ਬਣਾ ਦੇਣ ਕੋਆਪਰੇਟਿਵ ਸੁਸਾਇਟੀਆਂ, ਉਹਨਾਂ ਨੂੰ ਮਸ਼ੀਨਰੀ ਸਸਤੇ ਰੇਟ 'ਤੇ ਦੇ ਦੇਣ। ਅਤੇ ਉਹਦੇ ਵੱਲ ਤਾਂ ਸਰਕਾਰ ਦਾ ਕੋਈ ਧਿਆਨ ਨਹੀਂ। ਉਹਨਾਂ ਉੱਪਰ 'ਤੇ ਕਹੀ ਜਾਂਦੀ ਇੰਨੇ ਹੈ, ਜਦ ਕਿਤੇ ਲੋੜ ਹੁੰਦੀ ਹੈ ਮਸ਼ੀਨਰੀ ਦੀ, ਉਹ ਜਿਹੜੇ ਕਾਰਖਾਨੇਦਾਰ ਹੈ ਉਹ ਮਹਿੰਗੀ ਕਰ ਦਿੰਦੇ। ਕਿਸਾਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਜਦੋਂ ਵੀ ਪੈਟਰੋਲ ਡੀਜ਼ਲ, ਖਾਸ ਤੌਰ ਤੇ ਜਦੋਂ ਵੀ ਡੀਜ਼ਲ ਦੇ ਰੇਟ ਵਧਦੇ ਨੇ ਤਾਂ ਸਭ ਤੋਂ ਜ਼ਿਆਦਾ ਅਸਰ ਉਹਨਾਂ ਤੇ ਪੈਂਦਾ ਹੈ। ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਚਾਹੇ ਉਹ ਸੂਬੇ ਦੀ ਸਰਕਾਰ ਹੋਵੇ, ਯਾਨੀ ਕਿ ਕੈਪਟਨ ਸਰਕਾਰ ਹੋਵੇ, ਜਾਂ ਫਿਰ ਮੋਦੀ ਸਰਕਾਰ ਹੋਵੇ, ਕੋਈ ਵੀ ਅਜਿਹਾ ਫੈਸਲਾ ਨਹੀਂ ਲੈਂਦੀ ਜਿਹੜਾ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਹੋਵੇ। ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਝੋਨੇ ਦੀ ਫਸਲ ਲਾਣੀ ਹੋਵੇ ਜਾਂ ਕੋਈ ਵੀ ਹੋਰ ਫਸਲ ਲਾਣੀ ਹੋਵੇ, ਜਦੋਂ ਸਭ ਤੋਂ ਜ਼ਿਆਦਾ ਕੰਮ ਕਿਸਾਨਾਂ ਦਾ ਹੁੰਦਾ ਹੈ, ਉਦੋਂ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਨੇ ਵਧਾ ਦਿੱਤੇ ਜਾਂਦੇ ਨੇ। ਉਹਨਾਂ ਦੀ ਇਹ ਵੀ ਮੰਗ ਹੈ ਕਿ ਸੂਬਾ ਸਰਕਾਰ ਤੇ ਨਾਲ ਹੀ ਕੇਂਦਰ ਸਰਕਾਰ ਕਿਸਾਨਾਂ ਬਾਰੇ ਸੋਚੇ ਤੇ ਨਾਲ ਹੀ ਜਿਹੜੇ ਡੀਜ਼ਲ ਦੇ ਰੇਟ ਵਧਾਏ ਗਏ ਨੇ ਉਸ 'ਚ ਜਿਹੜੀ ਹੈ ਉਹਨਾਂ ਵੱਲੋਂ ਕਟੌਤੀ ਕੀਤੀ ਜਾਵੇ, ਯਾਨੀ ਕਿ ਉਹ ਰੇਟ ਜਿਹੜੇ ਨੇ ਘਟਾਏ ਜਾਣ ਤਾਂ ਕਿ ਇਹਨਾਂ ਦੇ ਖਰਚੇ ਜਿਹੜੇ ਹੈ ਉਹ ਨਾ ਵਧਣ। ਕੈਮਰਾਮੈਨ ਅਸ਼ਮੀ ਮਨਹਾਸ ਦੇ ਨਾਲ ਨਿਤਿਕਾ ਮਹੇਸ਼, ਪ੍ਰੀਜ਼ੀ ਮੀਡੀਆ, ਮੋਹਾਲੀ।